ਹੈਲੋ ਪਿਆਰੇ ਬੱਚਿਓ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਜਮਾਤ 5ਵੀਂ ਦੇ ਸਮੂਹ ਵਿਦਿਆਰਥੀਆਂ ਦਾ ਮੈਂ ਬਹੁਤ ਬਹੁਤ ਸਵਾਗਤ ਕਰਦਾ ਹਾਂ। ਆਸ ਕਰਦਾ ਹਾਂ ਕਿ ਸਾਰੇ ਬੱਚੇ ਬਿਲਕੁਲ ਠੀਕ ਠਾਕ ਹੋਵੋਗੇ। ਜਿੱਥੇ ਆਪਣੇ ਘਰਾਂ 'ਚ ਬੈਠ ਕੇ ਪੜ੍ਹਾਈ ਕਰ ਰਹੇ ਹੋਗੇ, ਉੱਥੇ ਆਪਣੀ ਸਿਹਤ ਦਾ ਵੀ ਖਿਆਲ ਰੱਖ ਰਹੇ ਹੋਗੇ ਅਤੇ ਮਾਪਿਆਂ ਦਾ ਕਹਿਣਾ ਮੰਨ ਰਹੇ ਹੋਗੇ। ਪਿਆਰੇ ਬੱਚਿਓ, ਪੰਜਾਬੀ ਦੀ ਇਸ ਵੀਡੀਓ ਵਿੱਚ ਮੈਂ ਸਵਾਗਤ ਕਰਦਾ ਹੋਇਆ ਇਹ ਮਾਣ ਮਹਿਸੂਸ ਕਰਦਾ ਹਾਂ ਕਿ ਮੇਰੇ ਤਕਰੀਬਨ ਸਾਰੇ ਬੱਚਿਆਂ ਨੇ ਵੀਡੀਓ ਪਿਛਲੀ ਜਿਹੜੀ ਸੀ ਗੱਤਕਾ ਪਾਠ 2, ਜਿਹਦੇ ਵਿੱਚ ਅਸੀਂ ਸਾਰਾ ਪਾਠ ਜਿਹੜਾ ਪੜ੍ਹਿਆ ਸੀ, ਬਹੁਤ ਅੱਛਾ ਰਿਸਪੌਂਸ ਸੀ। ਬਹੁਤ ਅੱਛੇ ਅਤੇ ਸੋਹਣੇ ਮੈਸੇਜ ਮੈਨੂੰ ਆਏ, ਕਾਲਸ ਵੀ ਆਈਆਂ ਕਿ ਬੱਚਿਆਂ ਨੇ ਇਸ ਨੂੰ ਪਸੰਦ ਕੀਤਾ ਹੈ। ਸਵਾਗਤ ਕਰਦਾ ਹਾਂ ਆਪਣੇ ਅਧਿਆਪਕ ਸਾਥੀਆਂ ਦਾ, ਜਿਨ੍ਹਾਂ ਨੇ ਆਪਣੀ ਸਿਰ ਤੋਂ ਮਿਹਨਤ ਦੇ ਨਾਲ ਆਪਣੇ ਬੱਚਿਆਂ ਤੱਕ ਇਹੋ ਜਿਹੇ ਕੰਟੈਂਟ ਜਿਹੜੇ ਨੇ ਲਗਾਤਾਰ ਪਹੁੰਚਾ ਰਹੇ ਨੇ। ਔਰ ਇਸ ਗੱਲ ਦਾ ਮੈਨੂੰ ਮਾਣ ਵੀ ਹੈ ਕਿ ਅਸੀਂ ਸਾਰੇ ਅਧਿਆਪਕ ਹੁੰਦਿਆਂ ਆਪਣੇ ਬੱਚਿਆਂ ਲਈ ਬਹੁਤ ਅੱਛੀ ਐਕਟੀਵਿਟੀਜ਼ 'ਤੇ ਕੰਮ ਕਰ ਰਹੇ ਹਾਂ। ਲਗਾਤਾਰ ਸੋਸ਼ਲ ਮੀਡੀਆ ਦੀ ਵਰਤੋਂ ਕਰਦੇ ਹੋਏ ਕਰੋਨਾ ਵਾਇਰਸ ਦੇ ਚੱਲਦਿਆਂ ਅਸੀਂ ਆਪਣੇ ਫਰਜ਼ ਨੂੰ ਪੂਰਾ ਕਰ ਰਹੇ ਹਾਂ। ਆਪਣੀ ਨੇਕ ਨੀਤੀ ਨਾਲ ਜਿਹੜਾ ਹੈ ਅਸੀਂ ਸਾਰੇ ਅਧਿਆਪਕ ਜਿਹੜੀ ਹੈ ਬੱਚਿਆਂ ਤੱਕ ਪਹੁੰਚ ਕਰਕੇ ਸੋਸ਼ਲ ਮੀਡੀਆ ਰਾਹੀਂ ਹੋਵੇ, ਚਾਹੇ ਮੈਸੇਜਿਜ ਹੋਣ, ਚਾਹੇ ਗੂਗਲ ਮੀਟ ਹੋਏ, ਜ਼ੂਮ ਹੋਏ, ਕਿਸੇ ਤਰ੍ਹਾਂ ਵੀ ਅਸੀਂ ਪਹੁੰਚ ਕਰਦੇ ਹਾਂ। ਵਟਸਐਪ ਵਗੈਰਾ, ਫੇਸਬੁੱਕ ਵਗੈਰਾ, ਕਿਸੇ ਤਰ੍ਹਾਂ ਵੀ ਅਸੀਂ ਬੱਚਿਆਂ ਤੱਕ ਪਹੁੰਚ ਕਰਕੇ ਆਪਣਾ ਮਕਸਦ ਜਿਹੜਾ ਹੈ ਉਹ ਹੱਲ ਕਰ ਰਹੇ ਹਾਂ। ਇਸ ਗੱਲ ਦਾ ਸਾਰਿਆਂ ਨੂੰ ਮੈਂ ਇਸ ਗੱਲ ਦੀ ਵਧਾਈ ਵੀ ਦਿੰਦਾ ਹਾਂ। ਸੋ ਪਿਆਰੇ ਬੱਚਿਓ, ਤੁਸੀਂ ਪਿਛਲਾ ਵੀਡੀਓ ਦੇਖਿਆ, ਬਹੁਤ ਸਾਰੇ ਬੱਚੇ ਨੇ ਕਿਹਾ ਕਿ ਅਸੀਂ ਉਹ ਵੀਡੀਓ ਦੇਖ ਨਹੀਂ ਪਾਏ ਕਿਉਂਕਿ ਸਾਨੂੰ ਪਤਾ ਲੱਗਾ ਕਿ ਉਹ ਵੀਡੀਓ ਸੀ ਕੁਛ ਇੱਕ ਨੋਟੀਫਿਕੇਸ਼ਨ ਬੱਚਿਆਂ ਨੂੰ ਨਹੀਂ ਆਉਂਦੇ। ਇਹਦੇ ਵਾਸਤੇ ਮੈਂ ਬਾਰ-ਬਾਰ ਕਹਿਣਾ ਹੁੰਦਾ ਕਿ ਚੈਨਲ ਨੂੰ ਸਬਸਕ੍ਰਾਈਬ ਕਰਨਾ ਜ਼ਰੂਰ ਸ਼ੁਰੂ ਕਰੋ, ਕਿਉਂਕਿ ਸਬਸਕ੍ਰਾਈਬ ਕਰੋਗੇ ਤਾਂ ਆਪਣੇ ਆਪ ਹੀ ਜਿਹੜਾ ਹੈ ਉਹ ਤੁਹਾਨੂੰ ਵੀਡੀਓ ਜਿਹੜੀ ਹੈ ਉਹਦਾ ਨੋਟੀਫਿਕੇਸ਼ਨ ਮਿਲਣਾ ਸ਼ੁਰੂ ਹੋ ਜਾਏਗਾ। ਅਧਿਆਪਕ ਸਾਥੀਆਂ ਨੂੰ ਵੀ ਬੇਨਤੀ ਹੈ ਕਿ ਜ਼ਰੂਰ ਬੱਚਿਆਂ ਤੱਕ ਇਹ ਗੱਲ ਪਹੁੰਚਾਓ ਜੀ। ਔਰ ਪਿਆਰੇ ਬੱਚਿਓ, ਅਸੀਂ ਗੱਤਕਾ ਪਾਠ ਜਿਹੜਾ ਹੈ ਉਹ ਪੜ੍ਹ ਚੁੱਕੇ ਹਾਂ ਔਰ ਵਿਸਤਾਰ ਨਾਲ ਇਸ ਪਾਠ ਨੂੰ ਪੜ੍ਹਿਆ ਸੀ ਕਿ ਇਹ ਪੰਜਾਬੀਆਂ ਦਾ ਕਿਵੇਂ ਇੱਕ ਬਹੁਤ ਹੀ ਪ੍ਰਸਿੱਧ ਜਿਹੜਾ ਹੈ ਉਹ ਖੇਡ ਹੈ, ਜਿਹੜੀ ਬਹੁਤ ਪੁਰਾਣੇ ਸਮੇਂ ਤੋਂ ਸ਼ੁਰੂ ਹੋ ਕੇ ਹਰਗੋਬਿੰਦ ਸਾਹਿਬ ਤੋਂ ਸ਼ੁਰੂ ਹੋ ਕੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਜਦੋਂ ਇਸ ਦੀ ਪੈੜ ਪਾਈ ਸੀ ਤਾਂ ਇਸ ਤੋਂ ਪਹਿਲਾਂ ਵੀ ਇਸ ਦਾ ਥੋੜ੍ਹਾ ਬਹੁਤਾ ਜਿਹੜਾ ਹੈ ਉਹ ਅੰਸ਼ ਸੀ ਇਸ ਖੇਡ ਦਾ, ਕਿਉਂਕਿ ਇਹ ਜੰਗੀ ਹੁਨਰ ਸੀ। ਜੰਗ ਦੇ ਮੈਦਾਨ ਵਿੱਚ ਜਦੋਂ ਜ਼ੋਰ ਪਰਖੇ ਜਾਂਦੇ ਸਨ ਤਾਂ ਇਸ ਖੇਡ ਦੀ ਆਪਣੀ ਹੀ ਮਹੱਤਤਾ ਬਣਦੀ ਸੀ। ਸੋ ਇਹ ਸਾਰਾ ਕੁਛ ਅਸੀਂ ਜਿਹੜਾ ਹੈ ਇਹ ਪੜ੍ਹ ਚੁੱਕੇ ਹਾਂ। ਅੱਜ ਅਸੀਂ ਇਸ ਪਾਠ ਦੇ ਔਖੇ ਸ਼ਬਦ ਜਿਹੜੇ ਨੇ ਉਹਨਾਂ ਦੇ ਅਰਥ ਜਿਹੜੇ ਨੇ ਉਹ ਕਰਾਂਗੇ। ਸੋ ਸਾਰੇ ਬੱਚੇ ਆਪਣੀ ਕਾਪੀ ਅਤੇ ਪੈਨਸਿਲ ਲੈ ਲੈਣਗੇ ਔਰ ਇਹਨਾਂ ਸ਼ਬਦਾਂ ਦੇ ਅਰਥ ਜਿਹੜੇ ਨੇ ਤੁਸੀਂ ਕਾਪੀਆਂ 'ਤੇ ਲਿਖਣੇ ਨੇ। ਉਸ ਵਾਸਤੇ ਜ਼ਰੂਰੀ ਹੈ ਕਿ ਪੰਜਾਬੀ ਦੀ ਬੁੱਕ ਖੁੱਲ੍ਹੀ ਹੋਵੇ, ਸ਼ਬਦ ਅਰਥਾਂ ਦੇ ਸਨਮੁਖ, ਔਰ ਨਾਲ ਹੀ ਕਾਪੀ ਪੈਨ ਤੁਹਾਡੇ ਕੋਲ ਹੋਣ। ਸਟਾਰਟ ਕਰਦੇ ਹਾਂ ਜੀ। ਸਭ ਤੋਂ ਪਹਿਲਾਂ ਅਸੀਂ ਜਿਹੜਾ ਪਹਿਲਾ ਸ਼ਬਦ ਲੈਣ ਜਾ ਰਹੇ ਹਾਂ ਉਹ ਹੈ ਜੰਗੀ ਹੁਨਰ। ਹੁਣ ਜੰਗ ਅਤੇ ਹੁਨਰ, ਜੰਗ ਦੇ ਵਿੱਚ ਹੁਨਰ ਦਾ ਕੀ ਕੰਮ ਹੈ, ਕਿਉਂਕਿ ਜੰਗ ਨੂੰ ਲੜਨ ਦੇ ਵੱਖ-ਵੱਖ ਜਿਹੜੇ ਤਰੀਕੇ ਨੇ ਉਸ ਨੂੰ ਅਸੀਂ ਹੁਨਰ ਕਹਿ ਦਿੰਦੇ ਹਾਂ। ਠੀਕ ਹੈ, ਸੋ ਇਸ ਨੂੰ ਅਸੀਂ ਜੰਗ ਦੀ ਜਿਹੜੀ ਮੁਹਾਰਤ ਹੈ ਉਹ ਕਹਿੰਦੇ ਹਾਂ। ਠੀਕ ਹੈ, ਇਸ ਦਾ ਅਰਥ ਹੈ ਜੰਗ ਦੀ ਮੁਹਾਰਤ। ਉਸ ਤੋਂ ਅਗਲਾ ਹੈ ਸਵੈ ਰੱਖਿਆ। ਹੁਣ ਬੇਟਾ ਸਵੈ ਰੱਖਿਆ ਕੀ ਹੁੰਦੀ ਹੈ? ਸਾਰਿਆਂ ਨੂੰ ਪਤਾ ਹੈ, ਰੱਖਿਆ ਤਾਂ ਪਤਾ ਹੀ ਹੈ, ਅਤੇ ਸਵੈ ਕੀ ਹੋ ਗਿਆ? ਆਪਣੇ ਆਪ, ਆਪਣੇ ਆਪ ਦੀ ਰੱਖਿਆ ਕਰਨਾ, ਸਵੈ ਰੱਖਿਆ। ਠੀਕ ਹੈ, ਆਪਣੇ ਆਪ ਦੀ ਰੱਖਿਆ ਕਰਨਾ, ਉਸ ਨੂੰ ਆਪਾਂ ਸਵੈ ਰੱਖਿਆ ਜਿਹੜੀ ਹੈ ਕਹਿ ਦਿੰਦੇ ਹਾਂ। ਤੀਸਰਾ ਹੈ ਗਦਾ ਯੁੱਧ। ਹੁਣ ਗਦਾ ਯੁੱਧ ਕੀ ਹੁੰਦਾ? ਜਿਸ ਤਰ੍ਹਾਂ ਤੁਸੀਂ ਆਮ ਰਾਮਾਇਣ ਜਿਹੜੀ ਹੈ ਜਿਹੜੇ ਬੱਚਿਆਂ ਨੇ ਦੇਖੀ ਹੈ, ਕਿਉਂਕਿ ਦੁਬਾਰਾ ਵੀ ਪ੍ਰਸਾਰਿਤ ਹੋਈ ਸੀ, ਉਹਦੇ ਵਿੱਚ ਹਨੂੰਮਾਨ ਜੀ ਨੇ ਜਦੋਂ ਗਦਾ ਚੁੱਕ ਕੇ ਆਪਣੀ ਵਾਨਰ ਸੈਨਾ ਦੇ ਨਾਲ ਰਾਵਣ ਦੇ ਸੈਨਿਕਾਂ ਨਾਲ ਲੋਹਾ ਲਿਆ ਸੀ ਤਾਂ ਗਧੇ ਜਿਹੜੇ ਹੈ ਉਹਨਾਂ ਦੀ ਵਰਤੋਂ ਹੋਈ ਸੀ, ਜਿਹੜੇ ਉੱਪਰੋਂ ਬਿਲਕੁਲ ਗੋਲ ਹੁੰਦੇ ਨੇ। ਠੀਕ ਹੈ, ਜਿਸ ਤਰ੍ਹਾਂ ਸਾਡੇ ਘਰਾਂ ਦੇ ਵਿੱਚ ਮਧਾਣੀਆਂ ਹੁੰਦੀਆਂ ਨੇ, ਇਸੇ ਤਰ੍ਹਾਂ ਦੀ ਸ਼ੇਪ ਉਹਨਾਂ ਦੀ ਹੁੰਦੀ ਹੈ, ਲੇਕਿਨ ਉਹ ਬਹੁਤ ਵੱਡੇ ਅਤੇ ਭਾਰੇ ਹੁੰਦੇ ਨੇ, ਯੋਧੇ ਹੀ ਉਸ ਨੂੰ ਚੁੱਕ ਸਕਦੇ ਨੇ। ਸੋ ਇਹ ਗਦਾ ਯੁੱਧ ਜਿਹੜਾ ਹੈ ਉਹ ਤੋਂ ਸਟਾਰਟ ਹੋਇਆ ਸੀ। ਇਤਿਹਾਸ ਦੱਸਦਾ ਹੈ ਕਿ ਗਦਾ ਯੁੱਧ ਜਿਹੜਾ ਹੈ ਉਹ ਉਸ ਵੇਲੇ ਤੋਂ ਸ਼ੁਰੂ ਹੋ ਚੁੱਕਾ ਸੀ ਔਰ ਇਸ ਨੂੰ ਜਿਹੜਾ ਹੈ ਗੁਰਜ ਵੀ ਕਹਿੰਦੇ ਸੀ, ਗੁਰਜ ਨਾਲ ਕੀਤਾ ਜਾਣ ਵਾਲਾ ਯੁੱਧ।
ਠੀਕ ਹੈ ਬੇਟਾ। ਇਸ ਤੋਂ ਅਗਲਾ ਸ਼ਬਦ ਕੀ ਹੈ ਉਸ ਨੂੰ ਦੇਖਦੇ ਹਾਂ। ਉਸ ਤੋਂ ਅਗਲਾ ਸ਼ਬਦ ਹੈ ਯੂਨੀਵਰਸਿਟੀਆਂ। ਤੁਸੀਂ ਅਸੀਂ ਸੁਣਦੇ ਹਾਂ ਸਕੂਲ, ਕਾਲਜ ਅਤੇ ਯੂਨੀਵਰਸਿਟੀਆਂ। ਸਕੂਲ ਮੁੱਢਲਾ ਪੜਾਅ ਹੁੰਦਾ ਹੈ ਬੱਚਿਓ, ਔਰ ਕਾਲਜ ਜਿਹੜਾ ਹੈ ਉਹ ਸੈਕਿੰਡ ਪੜਾਅ, ਅਤੇ ਯੂਨੀਵਰਸਿਟੀਆਂ ਅਖੀਰਲਾ ਪੜਾਅ ਜਿਹੜਾ ਮੰਨਿਆ ਜਾਂਦਾ ਹੈ। ਕਿਉਂਕਿ ਕਾਲਜ ਅਤੇ ਯੂਨੀਵਰਸਿਟੀਆਂ ਵਿੱਚ ਜ਼ਿਆਦਾ ਫਰਕ ਨਹੀਂ ਹੈ, ਸੇਮ ਪੜ੍ਹਾਈ, ਸੇਮ ਲਿਖਾਈ, ਸੇਮ ਬਿਲਡਿੰਗਾਂ ਹੁੰਦੀਆਂ ਨੇ। ਪਰ ਯੂਨੀਵਰਸਿਟੀ ਜਿਹੜੀ ਹੈ ਉਹ ਸਕਾਲਰਸ ਜਿਹੜੇ ਹੁੰਦੇ ਨੇ, ਖੋਜਕਰਤਾ ਜਿਹੜੇ ਹੁੰਦੇ ਨੇ, ਭਾਵੇਂ ਉਹ ਭਾਸ਼ਾ ਦੇ ਹੋਣ, ਇਤਿਹਾਸ ਦੇ ਹੋਣ, ਭੂਗੋਲ ਦੇ ਹੋਣ, ਸਾਇੰਸ ਦੇ ਹੋਣ, ਉੱਥੇ ਜਿਹੜੇ ਹੈ ਉਹ ਕਾਰਜ ਕਰਦੇ ਨੇ। ਵੱਡੇ ਲੈਵਲ 'ਤੇ ਆਪਾਂ ਇਸ ਨੂੰ ਦੇਖ ਸਕਦੇ ਹਾਂ। ਸੋ ਜਿੱਥੇ ਉਚੇਰੀ ਵਿੱਦਿਆ ਜਿਹੜੀ ਹੈ ਉਹ ਪ੍ਰਾਪਤ ਕੀਤੀ ਜਾਂਦੀ ਹੈ ਉਸ ਨੂੰ ਆਪਾਂ ਯੂਨੀਵਰਸਿਟੀ ਕਹਿੰਦੇ ਹਾਂ। ਇਸ ਤੋਂ ਅਗਲਾ ਦੇਖਦੇ ਹਾਂ ਫਰੀ। ਹੁਣ ਫਰੀ ਕੀ ਹੈ? ਛੋਟੀ ਢਾਲ ਅਸੀਂ ਪਾਠ ਵਿੱਚ ਪੜ੍ਹਿਆ ਸੀ ਕਿ ਫਰੀ ਅਤੇ ਢਾਲ ਦੀ ਵਰਤੋਂ ਹੁੰਦੀ ਹੈ। ਛੋਟੀ ਫਰੀ ਡੰਡੇ ਵਰਗੀ ਹੁੰਦੀ ਹੈ, ਠੀਕ ਹੈ। ਔਰ ਇਸ ਨੂੰ ਗੁਲਾਈ ਦੇ ਰੂਪ 'ਚ ਦੇ ਕੇ ਜਿਹੜਾ ਹੈ ਢਾਲ ਦਾ ਰੂਪ 'ਚ ਤੋਂ ਲਿਆ ਜਾਂਦਾ ਹੈ। ਡੰਡਾ ਅਤੇ ਫਰੀ ਦੋਨੇ ਚੀਜ਼ਾਂ ਅਲੱਗ-ਅਲੱਗ ਨੇ, ਠੀਕ ਹੈ ਬੇਟਾ। ਸੋ ਛੋਟੀ ਢਾਲ ਜਿਹੜੀ ਹੈ ਉਸ ਨੂੰ ਅਸੀਂ ਫਰੀ ਕਹਿੰਦੇ ਹਾਂ। ਇਸ ਤੋਂ ਅੱਗੇ ਹੈ ਉਸਤਾਦ। ਹੁਣ ਪੁਰਾਣੇ ਸਮੇਂ ਦੇ ਵਿੱਚ ਤੁਸੀਂ ਆਮ ਦੇਖਿਆ ਹੋਵੇਗਾ, ਕਿਉਂਕਿ ਸਾਡੇ ਸਮੇਂ ਦੇ ਵਿੱਚ ਤਾਂ ਇਹ ਸੀ, ਜਦੋਂ ਅਸੀਂ ਛੋਟੇ ਹੁੰਦੇ ਸੀ ਤਾਂ ਅਸੀਂ ਕੋਈ ਵੀ ਨਿੱਕਾ ਮੋਟਾ ਕੰਮ ਕਿਤੇੋਂ ਸਿੱਖਦੇ ਸੀ ਤਾਂ ਅਸੀਂ ਉਹਨਾਂ ਨੂੰ ਉਸਤਾਦ ਕਹਿੰਦੇ ਸੀ। ਉਸਤਾਦ ਮਤਲਬ ਗੁਰੂ, ਅਧਿਆਪਕ ਹੁੰਦਾ ਹੈ। ਸੋ ਇਸ ਦਾ ਭਾਵ ਇਹ ਹੈ ਕਿ ਉਸਤਾਦ ਨੂੰ ਅਸੀਂ ਸਿਖਾਉਣ ਵਾਲਾ ਜਾਂ ਅਧਿਆਪਕ ਜਿਹੜਾ ਉਹ ਕਹਿੰਦੇ ਹਾਂ। ਇਸ ਤੋਂ ਅਗਲਾ ਸ਼ਬਦ ਹੈ ਸ਼ਾਗਿਰਦ। ਹੁਣ ਜਿਸ ਤਰ੍ਹਾਂ ਤੁਸੀਂ ਬੱਚੇ ਹੋ, ਠੀਕ ਹੈ ਨਾ, ਸੋ ਬੱਚੇ ਜਿਹੜੇ ਨੇ ਕਿਤੇ ਨਾ ਕਿਤੇ ਸਿੱਖਦੇ ਨੇ। ਸਿੱਖਣ ਵਾਸਤੇ ਉਹਨਾਂ ਨੂੰ ਗੁਰੂ ਧਾਰਨ ਕਰਨਾ ਪੈਂਦਾ ਹੈ, ਅਧਿਆਪਕ ਕੋਲ ਜਾਣਾ ਪੈਂਦਾ ਹੈ। ਇਸ ਕਰਕੇ ਉਹਨਾਂ ਨੂੰ ਸ਼ਾਗਿਰਦ ਬਣਨਾ ਪੈਂਦਾ ਹੈ, ਠੀਕ ਹੈ। ਸੋ ਜਿੱਥੇ ਗੁਰੂ ਦਾ ਸ਼ਬਦ ਆਏਗਾ ਉੱਥੇ ਸ਼ਾਗਿਰਦ ਵੀ ਆਏਗਾ, ਜਿੱਥੇ ਉਸਤਾਦ ਦਾ ਸ਼ਬਦ ਆਏਗਾ ਉੱਥੇ ਸ਼ਾਗਿਰਦ ਸ਼ਬਦ ਜ਼ਰੂਰ ਆਏਗਾ। ਸੋ ਸ਼ਾਗਿਰਦ ਕੀ ਹੈ? ਸ਼ਾਗਿਰਦ ਹੈ ਸਿੱਖਣ ਵਾਲਾ ਜਾਂ ਸਿੱਖਿਆਰਥੀ, ਜਿਹੜਾ ਨਵੀਂ ਗੱਲ ਸਿੱਖਦਾ ਹੈ, ਨਵੀਂ ਚੀਜ਼ ਸਿੱਖਦਾ ਹੈ, ਸਿੱਖਿਆ ਹਾਸਲ ਕਰਦਾ ਹੈ, ਉਸ ਨੂੰ ਜਿਹੜਾ ਹੈ ਉਹ ਆਪਾਂ ਸ਼ਾਗਿਰਦ ਜਿਹੜਾ ਉਹ ਕਹਿੰਦੇ ਹਾਂ। ਇਸ ਤੋਂ ਅਗਲਾ ਹੈ ਅਖਾੜੇ। ਅਖਾੜੇ ਤੁਹਾਨੂੰ ਪਤਾ ਹੀ ਹੈ, ਪਹਿਲਵਾਨਾਂ ਦੇ ਅਖਾੜੇ ਹੁੰਦੇ ਨੇ ਜਿੱਥੇ ਘੋਲ ਕੀਤੇ ਜਾਂਦੇ ਨੇ, ਪਹਿਲਵਾਨ ਘੋਲ ਕਰਦੇ ਨੇ। ਇਸ ਤੋਂ ਇਲਾਵਾ ਅਖਾੜਾ ਕੁਸ਼ਤੀ ਦੇ ਵੀ ਅਖਾੜੇ ਹੁੰਦੇ ਨੇ, ਕਬੱਡੀ ਦੇ ਵੀ ਅਖਾੜੇ ਹੁੰਦੇ ਨੇ। ਇਸ ਤੋਂ ਇਲਾਵਾ ਗਦਾ ਯੁੱਧ ਟ੍ਰੇਨਿੰਗ ਦਿੱਤੀ ਜਾਂਦੀ ਹੈ, ਉੱਥੇ ਵੀ ਅਖਾੜੇ ਹੁੰਦੇ ਨੇ। ਭਲਵਾਨੀ ਦੇ ਅਖਾੜੇ ਜਿਹੜੇ ਜ਼ਿਆਦਾ ਮਸ਼ਹੂਰ ਹੁੰਦੇ ਨੇ, ਠੀਕ ਹੈ ਨਾ। ਸੋ ਅਖਾੜਾ ਜਿਹੜਾ ਹੈ ਉਹ ਅਸੀਂ ਅਭਿਆਸ ਕਰਨ ਦਾ ਸਥਾਨ ਕਹਿ ਸਕਦੇ ਹਾਂ, ਜਿੱਥੇ ਵੱਡੇ ਵੱਡੇ ਪਹਿਲਵਾਨ, ਕੁਸ਼ਤੀਆਂ ਵਾਲੇ ਜਿਹੜੇ ਨੇ ਉਹ ਅਭਿਆਸ ਕਰਦੇ ਨੇ ਲੜਨ ਦਾ, ਯੁੱਧ ਕਰਨ ਦਾ, ਖੇਡਣ ਦਾ। ਸੋ ਇਸ ਤੋਂ ਅੱਗੇ ਹੈ ਭੁਜੰਗੀ। ਸੋ ਭੁਜੰਗੀ ਕੀ ਹੁੰਦਾ? ਭੁਜੰਗੀ ਬੇਟਾ ਜਿਹੜਾ ਇਨਸਾਨ, ਬੱਚਾ, ਭਾਵੇਂ ਉਹ ਵੱਡੀ ਉਮਰ ਦਾ ਵੀ ਹੋਵੇ, ਉਹ ਗੱਤਕੇ ਦਾ ਸਿਖਿਆਰਥੀ ਹੈ, ਗੱਤਕਾ ਸਿੱਖਣਾ ਸ਼ੁਰੂ ਕਰਦਾ ਹੈ। ਆਪਾਂ ਪਾਠ 'ਚ ਪੜ੍ਹਿਆ ਸੀ, ਉਸ ਨੂੰ ਭੁਜੰਗੀ ਜਿਹੜਾ ਹੈ ਉਹ ਬਣਾ ਲਿਆ ਜਾਂਦਾ ਹੈ ਆਪਣੇ ਉਸਤਾਦ ਦੁਆਰਾ, ਔਰ ਉਸ ਸ਼ਾਗਿਰਦ ਨੂੰ ਨੂੰ ਅਸੀਂ ਭੁਜੰਗੀ ਜਿਹੜਾ ਹੈ ਉਹ ਨਾਮ ਦੇ ਦਿੱਤਾ ਜਾਂਦਾ ਹੈ, ਠੀਕ ਹੈ। ਸੋ ਇਸ ਨੂੰ ਆਪਾਂ ਕਹਿੰਦੇ ਹਾਂ ਗੱਤਕੇ ਦਾ ਸਿਖਿਆਰਥੀ। ਅੱਗੇ ਹੈ ਪੈਂਤੜਾ ਲੈਣਾ। ਹੁਣ ਪੈਂਤੜਾ ਲੈਣਾ ਦਾ ਕੀ ਭਾਵ ਹੈ? ਪੈਂਤੜੇ ਲੈਣੇ ਦਾ ਭਾਵ ਇਹ ਹੈ ਕਿ ਜਦੋਂ ਵੀ ਕੋਈ ਹਾਲਾਤ ਇਹੋ ਜਿਹੇ ਬਣਨ, ਠੀਕ ਹੈ, ਜਿਹੜੇ ਕਿ ਸਾਡੇ ਮਾਫਕ ਨਾ ਹੋਣ, ਸਾਡੇ ਢੁਕਵੇਂ ਨਾ ਹੋਣ, ਉਸ ਅਨੁਸਾਰ ਆਪਾਂ ਆਪਣੇ ਆਪ ਨੂੰ ਢਾਲੀਏ, ਸਥਿਤੀ ਮੁਤਾਬਕ ਆਪਣੇ ਆਪ ਨੂੰ ਨਿਰਧਾਰਿਤ ਕਰੀਏ ਕਿ ਹੁਣ ਕੀ ਕਰਨਾ ਹੈ। ਉਸ ਨੂੰ ਅਸੀਂ ਕੀ ਕਹਿੰਦੇ ਹਾਂ? ਪੈਂਤੜਾ। ਮਤਲਬ ਕਿ ਲੜਨ ਵੇਲੇ ਕਿਹੋ ਜਿਹਾ ਪੋਜੀਸ਼ਨ ਬਣਾਈਏ ਕਿ ਅਗਲਾ ਚਿੱਤ ਹੋ ਜਾਵੇ, ਅਗਲਾ ਹਾਰ ਜਾਵੇ, ਉਸ ਨੂੰ ਅਸੀਂ ਪੈਂਤੜਾ ਕਹਿੰਦੇ ਹਾਂ। ਸੋ ਪੈਂਤੜਾ ਜਿਹੜਾ ਸ਼ਬਦ ਹੈ, ਪੈਂਤੜਾ ਲੈਣਾ, ਇਹਦਾ ਮਤਲਬ ਹੈ ਹਾਲਾਤ ਅਨੁਸਾਰ ਆਪਣੀ ਸਥਿਤੀ ਨੂੰ ਨਿਰਧਾਰਿਤ ਕਰਨਾ ਹੁੰਦਾ ਹੈ। ਇਸ ਤੋਂ ਅਗਲਾ ਹੈ ਨਜ਼ਰੀ ਚੜ੍ਹਨਾ। ਉਹ ਕਹਿੰਦੇ ਨਾ ਕਿ ਉਹ ਬੱਚਾ ਮੇਰੇ ਨਜ਼ਰੀ ਚੜ੍ਹ ਗਿਆ। ਅਸੀਂ ਸਕੂਲ 'ਚ ਵੀ ਸੁਣਿਆ ਸੀ ਕਿ ਨਜ਼ਰੀ ਚੜ੍ਹਨਾ, ਪੜ੍ਹਿਆ ਵੀ ਸੀ, ਸੈਕਿੰਡ 'ਚ ਵੀ ਇੱਕ ਵਾਰੀ ਪੜ੍ਹਿਆ ਸੀ, ਥਰਡ 'ਚ ਵੀ ਪੜ੍ਹਿਆ ਸੀ ਕਿ ਨਜ਼ਰੀ ਚੜ੍ਹਨਾ, ਠੀਕ ਹੈ। ਜਿਸ ਤਰ੍ਹਾਂ ਨਜ਼ਰੀ ਨਕਸ਼ਾ ਤੁਸੀਂ ਦੇਖਿਆ ਸਕੂਲ 'ਚ ਲਿਖਿਆ, ਨਜ਼ਰੀ ਨਕਸ਼ਾ ਮੀਨਸ ਕਿ ਜਿਹੜਾ ਅਸੀਂ ਵੈਸੇ ਹੀ ਆਪਣੇ ਦਿਮਾਗ ਵਿੱਚ ਮਹਿਸੂਸ ਕਰਕੇ, ਵਿਉਂਤਬੰਦੀ ਕਰਕੇ
ਉਸਨੂੰ ਵੈਸੇ ਉਲੀਕਤਾ ਅਸੀਂ ਦੇਖਿਆ ਨਹੀਂ, ਸਿਰਫ ਮਹਿਸੂਸ ਕਰਕੇ ਦਿਮਾਗ ਸੋਚ ਕੇ ਬਣਾਤਾ। ਇਸ ਤਰ੍ਹਾਂ ਹੀ ਨਜ਼ਰੀ ਚੜ੍ਹਨ ਦਾ ਮਤਲਬ ਹੈ ਕਿ ਉਸ ਨੂੰ ਦੇਖ ਕੇ ਆਪਣੇ ਅੰਦਰ ਉਸ ਦੀ ਤਸਵੀਰ ਬਣਾ ਲਈਏ, ਉਸ ਨੂੰ ਸਮਝ ਲਈਏ ਕਿ ਮੈਂ ਇਸ ਨੂੰ ਤਸਵੀਰ ਦੇ ਤੌਰ 'ਤੇ, ਚਿਹਰੇ ਦੇ ਤੌਰ 'ਤੇ, ਸ਼ਕਲ ਦੇ ਤੌਰ 'ਤੇ ਜਾਣਦਾ ਹਾਂ। ਉਸ ਨੂੰ ਨਜ਼ਰੀ ਚੜ੍ਹਨਾ ਕਹਿੰਦੇ ਨੇ। ਔਰ ਨਜ਼ਰੀ ਚੜ੍ਹਨ ਦਾ ਭਾਵ ਹੁੰਦਾ ਹੈ ਕਿ ਉਸ ਨੂੰ ਕੋਸ਼ਿਸ਼ ਕਰਨੀ ਕਿ ਉਹਦੇ ਬਾਰੇ ਜ਼ਿਆਦਾ ਸੋਚਣਾ ਸ਼ੁਰੂ ਕਰ ਦੇਣਾ, ਉਸ ਨੂੰ ਨਜ਼ਰੀ ਚੜ੍ਹਨਾ ਆਪਾਂ ਕਹਿ ਦਿੰਦੇ ਹਾਂ। ਦਿਮਾਗ ਵਿੱਚ ਆਉਣਾ। ਠੀਕ ਹੈ ਬੇਟਾ, ਨੈਕਸਟ ਦੇਖਦੇ ਹਾਂ। ਨੈਕਸਟ ਹੈ ਸਾਡੇ ਕੋਲ ਹਰਮਨ ਪਿਆਰੀ। ਹੁਣ ਹਰਮਨ ਪਿਆਰੀ ਕੀ ਹੈ? ਹਰ ਇੱਕ ਦੇ ਮਨ ਨੂੰ ਭਾਉਣ ਵਾਲੀ। ਹਰਮਨ ਪਿਆਰੀ ਮਤਲਬ ਹਰ ਇੱਕ ਦੇ ਮਨ ਨੂੰ ਭਾਉਣ ਵਾਲੀ। ਬਹੁਤ ਹੀ ਸਿੰਪਲ ਸੀ। ਅੱਗੇ ਚੱਲਦੇ ਹਾਂ। ਚਾਲ ਚਲਨ। ਚਾਲ ਚਲਨ ਬੇਟਾ ਹੁੰਦਾ ਚਰਿੱਤਰ, ਵਿਅਕਤੀਤਵ। ਚਾਲ ਚੱਲਣ ਦਾ ਭਾਵ ਹੁੰਦਾ ਹੈ ਕਿ ਅਸੀਂ ਕਿਸ ਤਰ੍ਹਾਂ ਦੇ ਵਿਅਕਤੀਤਵ ਵਾਲੇ ਇਨਸਾਨ ਹਾਂ, ਬੁਰੇ ਹਾਂ, ਚੰਗੇ ਹਾਂ, ਮਾੜੇ ਹਾਂ, ਨਰਮ ਸੁਭਾਅ ਦੇ ਹਾਂ, ਗਰਮ ਸੁਭਾਅ ਦੇ ਹਾਂ। ਇਹ ਸਾਰਾ ਕੁਝ ਸਾਡੇ ਚਰਿੱਤਰ ਦੇ ਜਿਹੜੇ ਗੁਣ ਨੇ, ਸਾਡੇ ਵਿੱਚ ਜਿਹੜੇ ਗੁਣ ਨੇ, ਉਸ ਨੂੰ ਆਪਾਂ ਜਿਹੜਾ ਹੈ ਉਹ ਚਾਲ ਚੱਲਣ ਜਿਹੜਾ ਕਹਿ ਦਿੰਦੇ ਹਾਂ। ਇਸ ਤੋਂ ਅੱਗੇ ਹੈ ਨਿਤਾਣੇ। ਨਿਤਾਣੇ ਅਸੀਂ ਕਮਜ਼ੋਰ ਨੂੰ ਕਹਿੰਦੇ ਹਾਂ, ਅਸੀਂ ਪੜ੍ਹਿਆ ਸੀ ਉੱਪਰ। ਇਸ ਤੋਂ ਇਲਾਵਾ ਹੈ ਜੁੱਸੇ। ਪੜ੍ਹਿਆ ਸੀ ਨਾ, ਜੁੱਸੇ ਪਰਖੇ ਜਾਂਦੇ ਨੇ, ਮਤਲਬ ਸਰੀਰ ਪਰਖੇ ਜਾਂਦੇ ਨੇ ਕਿ ਕਿੰਨੇ ਜੋਗਾ ਹੈ, ਇਹ ਖੇਡ ਵੀ ਲਏਗਾ ਗੱਤਕੇ ਵਰਗੀ ਖੇਡ ਕਿ ਨਹੀਂ। ਇਸ ਤੋਂ ਅੱਗੇ ਹੈ ਜ਼ੋਹਰ। ਜ਼ੋਹਰ ਵਿਖਾਉਣੇ ਮਤਲਬ ਕਮਾਲ ਵਿਖਾਉਣੇ। ਅਗਲਾ ਹੈ ਪਿਛੋਕੜ। ਪਿਛੋਕੜ ਹੁੰਦਾ ਹੈ ਪਿਛਲਾ ਪਾਸਾ, ਜਾਂ ਆਪਣੇ ਇਤਿਹਾਸ ਦੇ ਵਿੱਚ ਵੇਖਣਾ, ਪਿਛਲੇ ਪਾਸੇ ਜਾ ਕੇ ਦੇਖਣਾ ਕਿ ਅਸੀਂ ਕੀ ਕਰਕੇ ਆਏ ਹਾਂ, ਉਸ ਨੂੰ ਅਸੀਂ ਪਿਛੋਕੜ ਕਹਿੰਦੇ ਹਾਂ, ਇਤਿਹਾਸ ਕਹਿੰਦੇ ਹਾਂ। ਨੈਕਸਟ ਹੈ ਭੂਗੋਲਿਕ। ਭੂਗੋਲਿਕ ਮਤਲਬ ਜ਼ਮੀਨ ਨਾਲ ਜੁੜਿਆ ਹੋਇਆ। ਕਹਿਣ ਦਾ ਭਾਵ ਕਿ ਧਰਤੀ ਉੱਤੇ ਸਥਿਤੀ ਅਨੁਸਾਰ, ਕਿ ਧਰਤੀ ਉੱਤੇ ਉਸ ਦੀ ਕੀ ਸਥਿਤੀ ਹੈ, ਉਸ ਨੂੰ ਕਹਿ ਦਿੰਦੇ ਹਾਂ ਭੂਗੋਲਿਕ ਸਥਿਤੀ ਜਾਂ ਭੂਗੋਲਿਕ। ਇਸ ਤੋਂ ਅਗਲਾ ਹੈ ਨੇਕ। ਇਹ ਕਹਿੰਦੇ ਬੜਾ ਹੀ ਨੇਕ ਬੱਚਾ ਹੈ, ਮਤਲਬ ਚੰਗਾ ਹੈ। ਇਸ ਤੋਂ ਅਗਲਾ ਢਾਲ ਬਣਨਾ। ਢਾਲ ਬਣਨਾ ਮਤਲਬ ਰੱਖਿਆ ਕਰਨੀ। ਠੀਕ ਹੈ, ਤੁਸੀਂ ਕਿਸੇ ਦੀ ਵੀ ਢਾਲ ਬਣ ਜਾਂਦੇ ਹੋ। ਕਹਿਣ ਦਾ ਭਾਵ ਕਿ ਮੁਹਾਵਰਾ ਹੈ ਢਾਲ ਬਣਨਾ, ਕਿ ਕਿਸੇ ਦੀ ਆਪਾਂ ਰੱਖਿਆ ਕਰਦੇ ਹਾਂ। ਨੈਕਸਟ ਹੈ ਦਾ ਪੇਚ। ਦਾ ਪੇਚ ਮੈਂ ਤੁਹਾਨੂੰ ਦੱਸਿਆ ਸੀ ਢੰਗ ਤਰੀਕੇ, ਇਹ ਵੀ ਖੇਡਾਂ ਦੇ ਵਿੱਚ ਲਗਾਏ ਜਾਂਦੇ ਆ, ਕਿਉਂਕਿ ਕਿਸ ਦਾ ਨਾਲ, ਕਿਸ ਦਾ ਪੇਚ ਨਾਲ ਜਿਹੜਾ ਹੈ ਛੇਤੀ ਬਾਜ਼ੀ ਪਲਟੀ ਜਾਵੇ, ਜਿੱਤਿਆ ਜਾਵੇ, ਜਿੱਤ ਨੂੰ, ਹਾਰ ਨੂੰ ਜਿੱਤ 'ਚ ਚੇਂਜ ਕਰ ਲਿਆ ਜਾਵੇ, ਉਸ ਨੂੰ ਵੀ ਅਸੀਂ ਜਿਹੜਾ ਹੈ ਦਾ ਪੇਚ ਕਹਿੰਦੇ ਹਾਂ। ਅਗਲਾ ਹੈ ਵਿਸਰ ਰਹੀ। ਵਿਸਰ ਰਹੀ ਮਤਲਬ ਭੁੱਲ ਰਹੀ। ਕੋਈ ਚੀਜ਼ ਵਿਸਰ ਰਹੀ ਹੈ, ਦਿਮਾਗ 'ਚੋਂ ਨਿਕਲ ਰਹੀ ਹੈ ਲਗਾਤਾਰ, ਉਸ ਨੂੰ ਅਸੀਂ ਗੁਆਚ ਰਹੀ ਜਾਂ ਵਿਸਰ ਰਹੀ ਕਹਿ ਦਿੰਦੇ ਹਾਂ। ਅਗਲਾ ਹੈ ਥਲ। ਥਲ ਜ਼ਮੀਨ ਨੂੰ ਵੀ ਕਹਿੰਦੇ ਨੇ। ਜਿਵੇਂ ਭੂਗੋਲਿਕ ਸਥਿਤੀ ਮੈਂ ਪਿੱਛੇ ਪੜ੍ਹ ਕੇ ਆਪਾਂ ਆਏ ਹਾਂ, ਸ਼ਬਦਤ ਕਰਦੀ ਆਏ ਹਾਂ, ਉਸ ਦਾ ਮਤਲਬ ਇਹੀ ਹੈ ਜ਼ਮੀਨ ਨਾਲ ਜੁੜਿਆ ਹੋਇਆ। ਅਤੇ ਥਲ ਦਾ ਮਤਲਬ ਵੀ ਜਿਹੜਾ ਹੈ ਉਹ ਜ਼ਮੀਨ ਹੁੰਦਾ ਹੈ। ਔਰ ਜਲ ਦਾ ਮਤਲਬ ਪਾਣੀ ਹੁੰਦਾ ਹੈ। ਵਾਯੂ ਦਾ ਮਤਲਬ ਹਵਾ ਹੁੰਦਾ ਹੈ। ਜਲ, ਥਲ ਅਤੇ ਵਾਯੂ ਇਕੱਠੇ ਸ਼ਬਦ ਆਉਂਦੇ ਨੇ ਬੱਚਿਓ, ਇਸ ਕਰਕੇ ਥਲ ਦਾ ਮਤਲਬ ਜਿਹੜਾ ਹੈ ਉਹ ਕੀ ਹੈ? ਜ਼ਮੀਨ। ਔਰ ਲਾਸਟ ਸ਼ਬਦ ਸਾਡੇ ਕੋਲ ਬਚਿਆ ਆਤਮ ਸੁਰੱਖਿਆ। ਇਸ ਤਰ੍ਹਾਂ ਅਸੀਂ ਸਵੈ ਰੱਖਿਆ ਪੜ੍ਹ ਕੇ ਆਏ ਹਾਂ ਉੱਪਰ। ਆਤਮ ਸੁਰੱਖਿਆ ਦਾ ਮਤਲਬ ਇਹੀ ਹੈ ਆਪਣੀ ਰੱਖਿਆ ਆਪ ਕਰਨੀ, ਆਪਣੀ ਰੱਖਿਆ। ਸੋ ਇਹ ਸੀ ਬੇਟੇ ਤੁਹਾਡੇ ਸ਼ਬਦ ਅਰਥ ਜਿਹੜੇ ਅਸੀਂ ਵਿਸਥਾਰ ਨਾਲ ਅੱਜ ਕੀਤੇ ਨੇ। ਸਾਰੇ ਬੱਚਿਆਂ ਨੂੰ ਚੰਗੀ ਤਰ੍ਹਾਂ ਸਮਝ ਆ ਗਈ ਹੋਏਗੀ, ਔਰ ਮੈਨੂੰ ਵੀ ਆਸ ਹੈ ਕਿ ਸਾਰੇ ਬੱਚੇ ਆਪਣੇ ਕਾਪੀਆਂ 'ਤੇ ਸੁੰਦਰ ਸੁੰਦਰ ਇਹਨਾਂ ਦੇ ਅਰਥ ਜਿਹੜੇ ਨੇ ਲਿਖਣਗੇ, ਮਾਤਾ ਪਿਤਾ ਦਾ ਕਹਿਣਾ ਮੰਨਣਗੇ। ਇਸ ਪੈਰਾਡੈਮਿਕ ਕਰੋਨਾ ਵਾਇਰਸ ਦੀ ਸਿਚੁਏਸ਼ਨ ਦੇ ਵਿੱਚ ਅਸੀਂ ਘਰਾਂ 'ਚ ਬੈਠ ਕੇ ਜਿੱਥੇ ਪੜ੍ਹ ਰਹੇ ਹਾਂ ਉੱਥੇ ਕਹਿਣਾ ਤਾਂ ਮੰਨ ਹੀ ਰਹੇ ਹਾਂ, ਹੱਥਾਂ ਨੂੰ ਬਾਰ-ਬਾਰ ਸਾਫ਼ ਜ਼ਰੂਰ ਕਰਾਂਗੇ, ਔਰ ਸਵੱਛ ਅਤੇ ਸਾਫ਼ ਖਾਣਾ ਖਾਵਾਂਗੇ, ਆਲੇ ਦੁਆਲੇ ਦੀ ਸਫਾਈ ਰੱਖਾਂਗੇ। ਇਹਨਾਂ ਗੱਲਾਂ ਨੂੰ ਬੇਟਾ ਯਾਦ ਰੱਖਣਾ ਹੈ। ਅਧਿਆਪਕ ਸਾਥੀਆਂ ਨੂੰ ਬੇਨਤੀ ਹੈ ਕਿ ਵੀਡੀਓ ਹਰ ਬੱਚੇ ਤੱਕ ਜ਼ਰੂਰ ਪਹੁੰਚਾਈ ਜਾਵੇ ਜੀ। ਬਹੁਤ ਬਹੁਤ ਧੰਨਵਾਦ ਹੋਏਗਾ ਜੀ। ਔਰ ਅਖੀਰ ਦੇ ਉੱਤੇ ਮੈਂ ਬੱਚਿਆਂ ਕੋਲ ਇਹ ਵਾਅਦਾ ਲੈਣਾ ਕਿ ਤੁਸੀਂ ਕੰਮ ਟਾਈਮ ਨਾਲ ਕਰੋਗੇ, ਹਰ ਵੀਡੀਓ ਨੂੰ ਦੇਖ ਕੇ ਆਪਣੀ ਪੜ੍ਹਾਈ ਇਸ ਤਰ੍ਹਾਂ ਜਾਰੀ ਰੱਖੋਗੇ। ਅਗਲੀ ਵੀਡੀਓ 'ਚ ਬੱਚਿਓ ਫਿਰ ਮਿਲਾਂਗੇ। ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਸਾਰਿਆਂ ਨੂੰ ਸਤਿ ਸ਼੍ਰੀ ਅਕਾਲ।